ਹੈਲੋ एवरीवन ਲੌਂਚਪੈਡ ਐਜੂਕੇਸ਼ਨ ਦੇ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਕਰਨ ਲੱਗੇ ਹਾਂ ਇੰਪੋਰਟੈਂਟ ਪੋਲਿਟੀ ਐਂਡ ਕਨਸਟੀਟਿਊਸ਼ਨ MCQs। ਸੋ ਅਸੀਂ ਬੇਸਿਕਲੀ ਟਰਾਈ ਕੀ ਕਰ ਰਹੇ ਹਾਂ ਵੀ ਟਰਾਈਂਗ ਟੂ ਕਵਰ ਦ ਸਟੈਟਿਕ GK ਲੇਕਿਨ ਥਰੂ MCQs, ਕਿਉਂਕਿ ਇਹ ਐਸਟੈਬਲਿਸ਼ ਫੈਕਟ ਹੈ ਕਿ ਜਦ ਅਸੀਂ ਕੁਐਸਚਨਸ ਦੇ ਥਰੂ ਤਿਆਰੀ ਕਰਦੇ ਹਾਂ ਤਾਂ ਈਜ਼ੀਲੀ ਚੀਜ਼ਾਂ ਯਾਦ ਹੁੰਦੀਆਂ ਔਰ ਸਮਝ ਆਉਂਦੀਆਂ। ਸੋ ਸ਼ੁਰੂ ਕਰਦੇ ਹਾਂ। ਅੱਗੇ ਵਧਣ ਤੋਂ ਪਹਿਲਾਂ ਆਈ ਵੁੱਡ ਰਿਕੁਐਸਟ ਯੂ ਟੂ ਸਬਸਕ੍ਰਾਈਬ ਆਰ ਚੈਨਲ ਲੌਂਚਪੈਡ ਐਜੂਕੇਸ਼ਨ। ਤੁਸੀਂ ਸਾਨੂੰ ਫੇਸਬੁੱਕ ਤੇ ਵੀ ਲਾਈਕ ਕਰ ਸਕਦੇ ਹੋ, ਆਲਸੋ ਇੰਸਟਾਗ੍ਰਾਮ ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ। ਸੋ ਲੈਟਸ ਸਟਾਰਟ ਵਿਦ ਫਰਸਟ ਕੁਐਸਚਨ। ਪਹਿਲਾ ਕੁਐਸਚਨ ਕੀ ਹੈ? ਅ ਫੈਡਰਲ ਸਟਰਕਚਰ ਫॉर ਇੰਡੀਆ ਵਾਸ ਫਰਸਟ ਪੁੱਟ ਫਾਰਵਰਡ ਬਾय ਦ ਚਾਰ ਆਪਸ਼ਨਸ ਨੇ। ਸੋ ਜਿਹੜਾ ਫੈਡਰਲ ਸਟਰਕਚਰ ਹੈ, ਪਹਿਲਾਂ ਸਾਨੂੰ ਆਹ ਸਮਝਣ ਦੀ ਲੋੜ ਹੈ ਕਿ ਫੈਡਰਲ ਸਟਰਕਚਰ ਹੁੰਦਾ ਕੀ ਹੈ। ਐਕਚੁਅਲੀ ਜਿਹੜਾ ਫੈਡਰਲ ਸਟਰਕਚਰ ਹੈ ਉਹ ਡਿਫਾਈਨ ਕਰਦਾ ਹੈ ਟੂ ਸੈਟਸ ਆਫ ਪਾਵਰ, ਇੱਕ ਸੈਂਟਰ ਤੇ ਇੱਕ ਸਟੇਟ ਤੇ। ਜਿਵੇਂ ਸਾਡੇ ਕੋਲ ਸਟੇਟ ਗਵਰਨਮੈਂਟ ਦੀ ਸਰਕਾਰ ਹੈ, ਪੰਜਾਬ ਗਵਰਨਮੈਂਟ ਦੀ ਸਰਕਾਰ ਹੈ, ਸਿਮਿਲਰਲੀ ਸਾਡੇ ਕੋਲ ਸੈਂਟਰ ਗਵਰਨਮੈਂਟ ਦੀ ਵੀ ਸਰਕਾਰ ਹੈ। ਸੋ ਜਿਹੜਾ ਇਹ ਸੈਟ ਆਫ ਸਟਰਕਚਰ ਹੈ, ਪਾਵਰ ਸ਼ੇਅਰਿੰਗ ਅਰੇਂਜਮੈਂਟ ਹੈ, ਇਹਨੂੰ ਹੀ ਆਪਾਂ ਕਹਿੰਦੇ ਆ ਫੈਡਰਲ ਸਟਰਕਚਰ। ਤੇ ਜਿਹੜਾ ਫੈਡਰਲ ਸਟਰਕਚਰ ਹੈ ਕਿਤੋਂ ਤਾਂ ਅਸੀਂ ਬੋਰੋ ਕੀਤਾ ਹੋਏਗਾ। ਜਿਹੜਾ ਬੋਰੋ ਕੀਤਾ ਗਿਆ ਉਹ ਹੈ ਗਵਰਨਮੈਂਟ ਆਫ ਇੰਡੀਆ ਐਕਟ 1935। ਸੋ ਗਵਰਨਮੈਂਟ ਆਫ ਇੰਡੀਆ ਐਕਟ 1935 ਇਜ਼ ਵੈਰੀ ਇੰਪੋਰਟੈਂਟ ਫॉर ਯੂ, ਕਿਉਂਕਿ ਇਹ ਜਿਹੜਾ ਐਕਟ ਹੈ, ਸਾਡਾ ਜਿਹੜਾ ਕਨਸਟੀਟਿਊਸ਼ਨ ਹੈ, ਕਾਫੀ ਚੀਜ਼ਾਂ ਉਹਨੇ ਇਹੀ ਐਕਟ ਤੋਂ ਬੋਰੋ ਕੀਤੀਆਂ। ਤਾਂ ਰਾਈਟ ਆਂਸਰ ਇਜ਼ ਐਕਟ ਆਫ 1935। ਦੂਸਰਾ ਕੁਐਸਚਨ ਦੇਖਦੇ ਹਾਂ। ਵਿਚ ਆਫ ਦ ਫੋਲੋਇੰਗ ਐਕਸਰਸਾਈਜ਼ ਦ ਮੋਸਟ ਪ੍ਰੋਫਾਊਂਡ ਇਨਫਲੂਐਂਸ ਇਨ ਫਰੇਮਿੰਗ ਦ ਇੰਡੀਅਨ ਕਨਸਟੀਟਿਊਸ਼ਨ। ਮਤਲਬ ਜਿਹੜੀ ਅਸੀਂ ਗੱਲ ਪਹਿਲਾਂ ਕੀਤੀ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਬਣਨ ਦੇ ਵਿੱਚ ਜਿਹੜਾ ਸਭ ਤੋਂ ਪ੍ਰਾਇਮਰੀ ਜਾਂ ਮੇਜਰ ਸੋਰਸ ਸੀ ਉਹ ਸਾਡਾ ਕੀ ਹੈ? ਅਗੇਨ ਦ ਆਂਸਰ ਇਜ਼ ਗਵਰਨਮੈਂਟ ਆਫ ਇੰਡੀਆ ਐਕਟ 1935। ਐਦਾਂ ਦੀ ਗੱਲ ਨਹੀਂ ਹੈ ਕਿ ਅਸੀਂ ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ ਕੁਝ ਹੋਰ ਬੋਰੋ ਨਹੀਂ ਕੀਤਾ ਜਾਂ US ਕਨਸਟੀਟਿਊਸ਼ਨ ਤੋਂ ਨਹੀਂ ਕੀਤਾ ਜਾਂ ਆਇਰਿਸ਼ ਤੋਂ ਨਹੀਂ ਕੀਤਾ, ਲੇਕਿਨ ਗਵਰਨਮੈਂਟ ਆਫ ਇੰਡੀਆ ਐਕਟ 1935 ਦਾ ਪ੍ਰੋਫਾਊਂਡ ਇਨਫਲੂਐਂਸ ਸੀ। ਇਹੀ ਸਾਡਾ ਕੁਐਸਚਨ ਸਾਨੂੰ ਪੁੱਛ ਰਿਹਾ ਸੀ। ਨੈਕਸਟ ਇਜ਼ ਹਾਊ ਡਜ਼ ਦ ਕਨਸਟੀਟਿਊਸ਼ਨ ਆਫ ਇੰਡੀਆ ਡਿਸਕ੍ਰਾਈਬ ਇੰਡੀਆ ਐਜ਼। ਮਤਲਬ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ ਉਹ ਇੰਡੀਆ ਨੂੰ ਕਿਵੇਂ ਡਿਫਾਈਨ ਕਰਦਾ? ਕੀ ਕਹਿੰਦਾ ਹੈ ਕਿ ਇੰਡੀਆ ਇਜ਼ ਅ ਫੈਡਰਲ ਨੇਸ਼ਨ ਔਰ ਇੰਡੀਆ ਇਜ਼ ਅ unitary nation or India is a federation of states and union territories? So this is what our question is asking, कि A option is a federation of states and union territories. No, nowhere in the constitution it is mentioned that India is a federation of states. Second option is a union of states. Yes, क्योंकि article 1 of Indian constitution defines India as a union of states and not federation of states. Third option is भारतवर्ष, ऐसा तो कुछ भी नहीं है। A federated nation, ਇੱਦਾਂ ਦਾ ਵੀ ਕੁਛ ਨਹੀਂ ਹੈ। ਸੋ ਰਾਈਟ ਆਂਸਰ ਇਜ਼ ਯੂਨੀਅਨ ਆਫ ਸਟੇਟਸ। ਸੋ ਤੁਹਾਡੇ ਲਈ ਯਾਦ ਰੱਖਣਾ ਕੀ ਜ਼ਰੂਰੀ ਹੈ ਦੈਟ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਫੈਡਰੇਸ਼ਨ ਵਰਡ ਨਹੀਂ ਦਿੱਤਾ ਗਿਆ ਹੈ। ਕੀ ਦਿੱਤਾ ਗਿਆ ਆਰਟੀਕਲ 1 ਦੇ ਵਿੱਚ? ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਅ ਯੂਨੀਅਨ ਆਫ ਸਟੇਟਸ। ਸੋ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ। ਦੋ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਦੀ ਵਰਕਿੰਗ ਹੈ ਉਹ ਕਾਫੀ ਫੈਡਰਲ ਹੈ। ਮਤਲਬ ਕੁਝ ਫੀਚਰਸ ਫੈਡਰਲ ਦੇ ਵੀ ਹੈ, ਕੁਝ ਯੂਨਿਟਰੀ ਦੇ ਵੀ ਹੈ, ਲੇਕਿਨ ਕਨਸਟੀਟਿਊਸ਼ਨ ਐਕਸਪਲਿਸਿਟਲੀ ਸਾਫ਼-ਸਾਫ਼ ਸ਼ਬਦਾਂ ਵਿੱਚ ਕੀ ਮੈਂਸ਼ਨ ਕਰਦਾ ਹੈ? ਯੂਨੀਅਨ ਆਫ ਸਟੇਟਸ। ਨੈਕਸਟ ਇਜ਼ ਦ ਸਿਸਟਮ ਆਫ ਜੁਡੀਸ਼ੀਅਲ ਰਿਵਿਊ ਓਰੀਜਿਨੇਟਡ ਇਨ। ਨਾਓ ਜੁਡੀਸ਼ੀਅਲ ਰਿਵਿਊ ਹੁੰਦਾ ਕੀ? ਐਕਚੁਅਲੀ ਜੁਡੀਸ਼ੀਅਲ ਰਿਵਿਊ ਇੱਕ ਐਸਾ ਵੈਪਨ ਹੈ ਜਿਹੜਾ ਇੰਡੀਅਨ ਜੁਡੀਸ਼ਰੀ ਕੋਲ ਹੈ, ਜਿਹਦੇ ਥਰੂ ਉਹ ਕੀ ਕਰ ਸਕਦੇ ਆ, ਜਿੰਨੇ ਵੀ ਲੈਜਿਸਲੇਸ਼ਨ ਹੈ, ਲਾਜ਼ ਐਨੈਕਟ ਕੀਤੇ ਜਾਂਦੇ ਹੈ, ਉਹਨੂੰ ਸਕਰੂਟਨੀ ਕਰ ਸਕਦੇ ਆ ਕਿ ਕਿਤੇ ਉਹ ਕੋਈ ਫੰਡਾਮੈਂਟਲ ਰਾਈਟ ਜਾਂ ਕਨਸਟੀਟਿਊਸ਼ਨ ਦੇ ਕਿਸੇ ਬੇਸਿਕ ਸਟਰਕਚਰ ਨੂੰ ਹਾਰਮ ਤਾਂ ਨਹੀਂ ਕਰ ਰਹੇ। ਇਹ ਜਿਹੜੀ ਪਾਵਰ ਹੈ ਜੁਡੀਸ਼ੀਅਲ ਰਿਵਿਊ ਦੀ, ਇਹ ਓਰੀਜਿਨੇਟ ਐਕਚੁਅਲੀ ਕਿੱਥੇ ਹੋਈ ਸੀ? ਯੂਨਾਈਟਿਡ ਸਟੇਟਸ ਆਫ ਅਮਰੀਕਾ। ਸੋ ਦ ਰਾਈਟ ਆਂਸਰ ਫॉर ਜੁਡੀਸ਼ੀਅਲ ਰਿਵਿਊ ਇਜ਼ ਇਟ ਓਰੀਜਿਨੇਟਡ ਇਨ ਯੂਨਾਈਟਿਡ ਸਟੇਟਸ ਆਫ ਅਮਰੀਕਾ। ਹੁਣ ਆਰਟੀਕਲ 13 ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ, ਉਹ ਵੀ ਮੈਂਸ਼ਨ ਕਰਦਾ ਹੈ ਜੁਡੀਸ਼ੀਅਲ ਰਿਵਿਊ ਇੰਪਲਿਸਿਟਲੀ ਐਜ਼ ਇਨ ਐਨੀ ਲਾਅ ਵਿਚ ਇਜ਼ ਡੈਟਰੀਮੈਂਟਲ ਟੂ ਫੰਡਾਮੈਂਟਲ ਰਾਈਟ ਵਿਲ ਬੀ ਵਾਇਡ। ਮਤਲਬ ਕੋਈ ਵੀ ਐਸਾ ਲਾਅ ਜੇ ਬਣਾਇਆ ਜਾਏਗਾ ਜਿਹੜਾ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰੇਗਾ, ਉਹ ਵਾਇਡ ਕਰਾਰ ਦਿੱਤਾ ਜਾਏਗਾ, ਉਹ ਖਾਰਜ ਕਰਾਰ ਦਿੱਤਾ ਜਾਊਗਾ। ਸੋ ਦਿਸ ਇਜ਼ ਵਾਟ ਇਜ਼ ਐਕਚੁਅਲੀ ਜੁਡੀਸ਼ੀਅਲ ਰਿਵਿਊ, ਕਿ ਜੁਡੀਸ਼ਰੀ ਦੀ ਪਾਵਰ ਹੈ ਕਿ ਉਹ ਸਕਰੂਟਨਾਈਜ਼ ਕਰ ਸਕਦੀ ਹੈ ਕਿਸੇ ਵੀ ਲਾਅ ਨੂੰ, ਇਹ ਦੇਖਦੇ ਹੋਏ ਕਿ ਕਿਤੇ ਉਹ ਜਿਹੜਾ ਲਾਅ ਹੈ ਉਹ ਫੰਡਾਮੈਂਟਲ ਰਾਈਟਸ ਨੂੰ ਜਾਂ ਫਿਰ ਕਨਸਟੀਟਿਊਸ਼ਨ ਦੇ ਕਿਸੇ ਬੇਸਿਕ ਸਟਰਕਚਰ ਨੂੰ ਵਾਇਲੇਟ ਤਾਂ ਨਹੀਂ ਕਰ ਰਿਹਾ। ਸੋ ਫਿਫਥ ਕੁਐਸਚਨ ਚੈੱਕ ਕਰਦੇ ਹਾਂ। ਪ੍ਰੀਵੈਂਟਿਵ ਡਿਟੈਂਸ਼ਨ ਮੀਨਸ ਕਿ ਜਿਹੜਾ ਪ੍ਰੀਵੈਂਟਿਵ ਡਿਟੈਂਸ਼ਨ ਹੈ ਐਕਚੁਅਲੀ ਹੁੰਦਾ ਕੀ? ਐਕਚੁਅਲੀ ਇੱਕ ਤਾਂ ਹੁੰਦੀ ਹੈ ਡਿਟੈਂਸ਼ਨ ਪ੍ਰੋਪਰ ਤਰੀਕੇ, ਜੁਡੀਸ਼ੀਅਲ ਕਸਟਡੀ ਹੋਵੇ ਜਾਂ ਫਿਰ ਪੁਲਿਸ ਡਿਟੇਨ ਕਰ ਲਵੇ, ਇਨ ਦ ਸੈਂਸ ਪੁਲਿਸ ਕਸਟਡੀ ਦੇ ਅੰਡਰ ਹੈ। ਲੇਕਿਨ ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਹੈ ਉਹ ਕੀ ਹੁੰਦਾ? ਜਦ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਜਾਂਦੀ ਹੈ, ਕਿਸੇ ਵੀ ਬੰਦੇ ਨੂੰ ਡਿਟੇਨ ਕੀਤਾ ਜਾਂਦਾ ਹੈ ਅੰਡਰ ਪ੍ਰੀਵੈਂਟਿਵ ਡਿਟੈਂਸ਼ਨ ਲਾਅ। ਕਿਉਂ ਡਿਟੇਨ ਕੀਤਾ ਜਾਂਦਾ ਹੈ? ਕਿ ਜਿਹੜੀ ਪੁਲਿਸ ਅਥਾਰਟੀ ਹੈ ਉਹ ਸਪੈਕੂਲੇਟ ਕਰ ਰਹੀ ਹੁੰਦੀ ਹੈ ਕਿ ਇਹ ਪਰਸਨ ਨਾਲ ਸੋ ਐਂਡ ਸੋ ਸੀਨ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ, ਸੋ ਐਂਡ ਸੋ ਕ੍ਰਾਈਮ ਕਮਿਟ ਕੀਤਾ ਜਾ ਸਕਦਾ ਹੈ, ਸੋਸ਼ਲ ਹਾਰਮਨੀ ਖਰਾਬ ਕੀਤੀ ਜਾ ਸਕਦੀ ਹੈ। ਇਨ ਦ ਸੈਂਸ ਕਿ ਪੁਲਿਸ ਐਂਟੀਸਿਪੇਟ ਕਰਦੀ ਹੈ ਇਸ ਚੀਜ਼ ਨੂੰ ਕਿ ਜੇ ਪਰਸਨ ਨੂੰ ਅਰੈਸਟ ਨਹੀਂ ਕੀਤਾ ਗਿਆ ਅੰਡਰ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਤਾਂ ਕੋਈ ਨਾ ਕੋਈ ਕ੍ਰਾਈਮ ਕਮਿਟ ਕੀਤਾ ਜਾ ਸਕਦਾ। ਦਿਸ ਇਜ਼ ਵਾਟ ਇਜ਼ ਐਕਚੁਅਲੀ ਪ੍ਰੀਵੈਂਟਿਵ ਡਿਟੈਂਸ਼ਨ।
ਤੇ ਪ੍ਰੀਵੈਂਟਿਵ ਡਿਟੈਂਸ਼ਨ ਦਾ ਮਤਲਬ ਐਕਚੁਅਲੀ ਕੀ ਹੈ? ਦ ਰਾਈਟ ਆਂਸਰ ਇਜ਼ ਸੀ, ਡਿਟੈਂਸ਼ਨ ਵਿਦਾਊਟ ਇੰਟੈਰੋਗੇਸ਼ਨ। ਸੋ ਪ੍ਰੀਵੈਂਟਿਵ ਡਿਟੈਂਸ਼ਨ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਸੀਂ 24 ਘੰਟੇ ਦੇ ਅੰਡਰ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਨਾ ਹੈ ਪਰਸਨ ਨੂੰ, ਇੱਦਾਂ ਦਾ ਰਿਕੁਆਇਰਡ ਨਹੀਂ ਹੈ। Next question is, what was the Constituent Assembly of India? मतलब ਜਿਹੜਾ Constituent Assembly of India ਬਣਾਈ ਗਈ ਸੀ, ਉਹ ਸਾਰੀ ਜਿਹੜੀ ਸਟਰਕਚਰ ਹੈ ਕਿਹੜੇ ਪਲਾਨ ਤੋਂ ਲਿੱਤਾ ਗਿਆ ਸੀ? ਜਾਂ ਫਿਰ ਜਦ ਇੰਡੀਆ ਕਲੋਨੀ ਸੀ, ਹਲੇ ਅਸੀਂ ਇੰਡੀਪੈਂਡੈਂਟ ਨਹੀਂ ਹੋਏ ਸੀ, ਉਸ ਟਾਈਮ ਤੇ ਕੌਂਸਟੀਟਿਊਂਟ ਅਸੈਂਬਲੀ ਬਣਨ ਦੀ ਆਵਾਜ਼ ਉੱਠੀ ਸੀ। ਜਦ ਕੌਂਸਟੀਟਿਊਂਟ ਅਸੈਂਬਲੀ ਬਣਾਉਣ ਦੀ ਆਵਾਜ਼ ਉੱਠੀ ਸੀ ਤਾਂ ਕਿਹੜਾ ਐਸਾ ਬ੍ਰਿਟਿਸ਼ਰਸ ਦਾ ਪਲਾਨ ਸੀ ਜਿਹਨੇ ਸਾਰੀ ਰੂਪ ਰੇਖਾ ਡਿਜ਼ਾਈਨ ਕੀਤੀ ਸੀ, ਜਿਹਨੇ ਸਾਰਾ ਬਲੂ ਪ੍ਰਿੰਟ ਦਿੱਤਾ ਸੀ ਕੌਂਸਟੀਟਿਊਂਟ ਅਸੈਂਬਲੀ ਦਾ? ਸੋ ਦੈਟ ਵਾਜ਼ ਦ ਕੈਬਨਿਟ ਮਿਸ਼ਨ ਪਲਾਨ 1946। ਜਿਹੜਾ ਕੈਬਨਿਟ ਮਿਸ਼ਨ ਪਲਾਨ ਸੀ ਉਹ ਬੇਸ ਬਣਿਆ ਸੀ ਕੌਂਸਟੀਟਿਊਂਟ ਅਸੈਂਬਲੀ ਦਾ। ਹੁਣ ਜਿਹੜਾ ਸਾਡਾ ਨੈਕਸਟ ਕੁਐਸਚਨ ਹੈ ਉਹ ਕੀ ਹੈ? ਫਰਮ ਦ ਕੌਂਸਟੀਟਿਊਸ਼ਨ ਆਫ ਵਿਚ ਕੰਟਰੀ ਦ ਪ੍ਰੋਵੀਜ਼ਨ ਆਫ ਫੈਡਰੇਸ਼ਨ ਵਾਜ਼ ਬੋਰੋਡ ਵਾਈਲ ਫਰੇਮਿੰਗ ਦ ਕੌਂਸਟੀਟਿਊਸ਼ਨ ਆਫ ਇੰਡੀਆ। ਸੋ ਜਿਹੜਾ ਫੈਡਰੇਸ਼ਨ ਦਾ ਸਿਸਟਮ ਹੈ, ਸਕੀਮ ਹੈ, ਉਹ ਅਸੀਂ ਕਿਹਦੇ ਕੌਂਸਟੀਟਿਊਸ਼ਨ ਤੋਂ ਬੋਰੋ ਕੀਤੀ ਸੀ? ਦੈਟ ਵਾਜ਼ ਕੈਨੇਡਾ। ਜਿਹੜਾ ਸਾਡਾ ਪਹਿਲਾ ਕੁਐਸਚਨ ਸੀ ਜਿਸ ਵਿੱਚ ਅਸੀਂ ਦੇਖਿਆ ਸੀ ਦ ਫੈਡਰਲ ਸਟਰਕਚਰ ਫॉर ਇੰਡੀਆ ਵਾਜ਼ ਫਸਟ ਪੁੱਟ ਫਾਰਵਰਡ ਬਾਏ ਐਕਟ ਆਫ 1935। ਇਸ ਵਿੱਚ 1935 ਐਕਟ ਨੇ ਪਹਿਲੀ ਵਾਰੀ ਫੈਡਰੇਸ਼ਨ ਇੰਟਰੋਡਿਊਸ ਕੀਤੀ ਸੀ। ਲੇਕਿਨ ਜਦ ਸਾਡਾ ਕੌਂਸਟੀਟਿਊਸ਼ਨ ਬਣ ਗਿਆ ਸੀ ਉਸ ਵਿੱਚ ਜਿਹੜੀ ਅਸੀਂ ਫੈਡਰੇਸ਼ਨ ਦੀ ਪ੍ਰੋਵੀਜ਼ਨ ਬੋਰੋ ਕੀਤੀ ਗਈ ਉਹ ਕਿਹੜੇ ਕੌਂਸਟੀਟਿਊਸ਼ਨ ਤੋਂ ਬੋਰੋ ਕੀਤੀ ਗਈ? ਕੈਨੇਡਾ ਤੋਂ। ਮਤਲਬ ਜਿਹੜਾ ਸਾਡੀ ਫੈਡਰੇਸ਼ਨ ਹੈ ਉਹ ਯੂਨਾਈਟਿਡ ਸਟੇਟਸ ਨਾਲ ਰਿਜ਼ੈਂਬਲ ਨਹੀਂ ਕਰਦੀ, ਰਾਦਰ ਕੈਨੇਡਾ ਨਾਲ ਜ਼ਿਆਦਾ ਰਿਜ਼ੈਂਬਲ ਕਰਦੀ ਹੈ। Next question. Who among the following was not a member of the Constituent Assembly established in 1946? So usually ਇੱਦਾਂ ਦੇ ਕੁਐਸਚਨਸ ਵੀ ਤੁਹਾਨੂੰ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹੈ ਕਿ Constituent Assembly ਦੇ ਵਿੱਚ ਕੌਣ ਮੈਂਬਰ ਸੀ ਇਹਨਾਂ ਦੇ ਵਿੱਚੋਂ ਜਾਂ ਫਿਰ ਕੌਣ ਨਹੀਂ ਸੀਗਾ। ਤਾਂ ਪਹਿਲਾ ਹੈ ਡਾਕਟਰ ਰਜਿੰਦਰ ਪ੍ਰਸਾਦ। ਡਾਕਟਰ ਰਜਿੰਦਰ ਪ੍ਰਸਾਦ ਵਾਜ਼ ਅ ਮੈਂਬਰ ਆਫ Constituent Assembly। KM ਮੁਨਸ਼ੀ ਵੀ Constituent Assembly ਦੇ ਮੈਂਬਰ ਸੀਗੇ। ਆਲਸੋ ਡਰਾਫਟਿੰਗ ਕਮੇਟੀ ਆਫ ਦ ਕੌਂਸਟੀਟਿਊਸ਼ਨ ਦੇ ਵੀ ਇਹ ਮੈਂਬਰ ਸੀਗੇ, ਜਿਹਦੇ ਚੇਅਰਮੈਨ ਕੌਣ ਸੀ? ਵੈਰੀ ਪੋਪੂਲਰ ਨੇਮ BR ਅੰਬੇਦਕਰ। Third is Mahatma Gandhi. So Mahatma Gandhi was not a member of Constituent Assembly. You should make it very clear. Mahatma Gandhi, though a very popular figure, but nowhere he was there in the Constituent Assembly. Ninth question. Who was the chairman of the drafting committee of the Constitution? ਪਹਿਲੇ ਅਸੀਂ ਗੱਲ ਕਰਕੇ ਹਟੇ ਹਾਂ ਕਿ ਡਰਾਫਟਿੰਗ ਕਮੇਟੀ ਜਿਹੜੀ ਕੌਂਸਟੀਟਿਊਸ਼ਨ ਦੀ ਸੀ ਉਹਦੇ ਚੇਅਰਮੈਨ ਕੌਣ ਸੀਗੇ? BR ਅੰਬੇਦਕਰ। ਇਹਦੇ ਇਲਾਵਾ ਤੁਹਾਡੇ ਲਈ ਇੰਪੋਰਟੈਂਟ ਕੀ ਹੋ ਜਾਂਦੇ? ਕੁਝ ਹੋਰ ਵੀ ਮੈਂਬਰ ਸੀਗੇ ਡਰਾਫਟਿੰਗ ਕਮੇਟੀ ਦੇ, ਉਹਦੇ ਨਾਮ ਯੂ ਡੂ ਇਟ ਬਾਈ ਯੋਰਸੈਲਫ, ਆਲਸੋ ਮੈਂਸ਼ਨ ਇਨ ਦ ਕਮੈਂਟ ਬਾਕਸ ਕਿ ਕੌਣ-ਕੌਣ ਹੋਰ ਮੈਂਬਰ ਸੀਗੇ। 10th question. India is a republic because, so before getting on to this question ਸਾਨੂੰ ਜਾਣਨ ਦੀ ਲੋੜ ਹੈ ਕਿ India is a republic why? ਪੁਆਇੰਟ ਇਸ ਕਿ ਰਿਪਬਲਿਕ ਦਾ ਮਤਲਬ ਕੀ ਹੈ? ਰਿਪਬਲਿਕ ਦਾ ਮਤਲਬ ਉਹ ਹੁੰਦਾ ਹੈ ਕਿ ਜਿਹੜੀ ਸਟੇਟ ਦਾ ਜਿਹੜਾ ਹੈਡ ਹੁੰਦਾ ਉਹ ਇਲੈਕਟ ਕੀਤਾ ਜਾਂਦਾ ਹੈ, ਨਾ ਕਿ ਮੋਨਾਰਕੀ ਜਾਂ ਫਿਰ ਹੈਰੀਡਿਟੀ ਬੇਸ ਦੇ ਉੱਤੇ ਉਹ ਚੱਲਦੀ ਆ ਰਹੀ ਹੈ ਸੀਟ। ਸੋ ਜਿਹੜਾ ਇੰਡੀਆ ਰਿਪਬਲਿਕ ਹੈ ਉਹ ਕਿਉਂ ਜਾਣਿਆ ਜਾਂਦਾ? ਕਿਉਂਕਿ ਉਹਦਾ ਜਿਹੜਾ ਹੈਡ ਆਫ ਦ ਸਟੇਟ ਹੈ ਇਜ਼ ਇਲੈਕਟਡ ਫॉर ਅ ਡੈਫੀਨਿਟ ਪੀਰੀਅਡ। ਮਤਲਬ ਹੂ ਇਜ਼ ਦ ਹੈਡ ਆਫ ਇੰਡੀਅਨ ਸਟੇਟ? You should mention this in comment box. Many of you must be thinking the head of state is prime minister, but no, head of state is not prime minister. ਜਿਹੜਾ head of state ਹੈ ਉਹ actually president ਹੈ ਸਾਡਾ, ਔਰ head of government is prime minister. So India follows parliamentary form of system, and ਜਿਹੜਾ head of state ਹੈ ਉਹ elected ਹੈ ਔਰ ਸਾਡਾ ਕੌਣ ਹੈ? president ਹੈ। ਲੇਕਿਨ UK ਵਿੱਚ ਐਸਾ ਨਹੀਂ ਹੁੰਦਾ। UK ਵਿੱਚ ਕਿਵੇਂ ਫੋਲੋ ਕੀਤਾ ਜਾਂਦਾ ਹੈ? ਉੱਥੇ monarch system ਹੈ, ਜਿਹੜਾ ਕਿ ਕਰਾਊਨ ਹੈ ਉਹੀ ਕੰਟੀਨਿਊ ਕਰ ਰਹੇ ਅੱਗੇ, ਨਾ ਕਿ ਜਿਹੜਾ ਹੈਡ ਆਫ ਸਟੇਟ ਹੈ ਉਹ ਇਲੈਕਟਡ ਹੈ, ਅਨਲਾਈਕ ਦੈਟ ਇਨ ਇੰਡੀਆ ਜਿੱਥੇ ਪ੍ਰੈਜ਼ੀਡੈਂਟ ਇਜ਼ ਇਲੈਕਟਡ। ਸੋ ਰਿਪਬਲਿਕ ਦਾ ਮਤਲਬ ਐਕਚੁਅਲੀ ਕੀ ਹੁੰਦਾ? ਜਿੱਥੇ ਹੈਡ ਆਫ ਸਟੇਟ ਇਜ਼ ਇਲੈਕਟਡ, ਇਨ ਸ਼ਾਰਟ। 11th question is, who was the constitutional advisor to Constituent Assembly of India? Again ਇਹ ਜਿਹੜੇ questions ਹੈ ਬੜੇ static type ਹੈ, factual based questions ਹੈ, ਥੋੜੀ GK ਵੀ ਨਾਲ ਤਿਆਰ ਹੋ ਰਹੀ ਹੈ। in the sense ਜਿਹੜਾ Constituent Assembly ਹੈ ਉਹਦਾ ਜਿਹੜਾ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀ ਉਹ ਕੌਣ ਸੀ? ਸਰ BN ਰਾਓ। ਸੋ ਯੂ ਡੋਂਟ ਹੈਵ ਟੂ ਕਨਫਿਊਜ਼ ਦਿਸ ਵਿਦ BR ਅੰਬੇਦਕਰ or other names. It was Sir BN Rao, constitutional advisor to Constituent Assembly of India. I hope it is clear. So next question is, which of the following countries had introduced direct democracy? मतलब we all know Switzerland एक ऐसी country है ਜਿਹਦੇ ਵਿੱਚ direct democracy ਚੱਲਦੀ ਹੈ through their various instruments, ਜਿਵੇਂ ਕਿ ਉੱਥੇ ਰੈਫਰੈਂਡਮ ਹੁੰਦਾ ਹੈ ਜਾਂ ਰਿਕਾਲ ਹੁੰਦਾ ਹੈ ਜਾਂ ਪਬਲਿਕ ਇਨੀਸ਼ੀਏਟ ਕਰਦੀ ਹੈ ਪੋਲਿਸੀ ਮੇਕਿੰਗ ਨੂੰ। ਦਿਸ ਇਜ਼ ਐਕਚੁਅਲੀ ਡਾਇਰੈਕਟ ਪਾਰਟਿਸਿਪੇਸ਼ਨ ਆਫ ਪੀਪਲ ਇਨ ਦ ਪੋਲਿਸੀ ਮੇਕਿੰਗ। ਸੋ ਦਿਸ ਇਜ਼ ਵਾਟ ਇਜ਼
डायरेक्ट डेमोक्रेसी इन द सेंस ਜਿਹੜੀ ਕੰਟਰੀ ਫੋਲੋ ਕਰਦੀ ਹੈ ਜਾਂ ਜਿਹਨੇ ਇੰਟਰੋਡਿਊਸ ਕੀਤੀ ਡਾਇਰੈਕਟ ਡੈਮੋਕ੍ਰੇਸੀ ਉਹ ਕੌਣ ਹੈ? ਸਵਿਟਜ਼ਰਲੈਂਡ। ਨੀਦਰ ਇੰਡੀਆ ਨॉर ਰਸ਼ੀਆ ਨॉर ਫਰਾਂਸ, ਇਟ ਇਜ਼ ਸਵਿਟਜ਼ਰਲੈਂਡ। ਇੰਡੀਆ ਵੀ ਫੋਲੋ ਕਰਦਾ ਹੈ ਡੈਮੋਕ੍ਰੇਸੀ ਨੂੰ, ਬਟ ਇਟਸ ਨਾਟ ਡਾਇਰੈਕਟ ਡੈਮੋਕ੍ਰੇਸੀ, ਦਿਸ ਇਜ਼ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ। ਐਜ਼ ਇਨ ਅਸੀਂ ਆਪਣੇ ਰਿਪਰੈਜ਼ੈਂਟੇਟਿਵਸ ਚੂਜ਼ ਕਰਕੇ ਭੇਜਦੇ ਹਾਂ ਔਰ ਉਹ ਸਾਡੇ ਬਿਹਾਫ ਤੇ ਦੈਨ ਡਿਸੀਜਨਸ ਲੈਂਦੇ ਆ। Next is, who was the president of Republic of India who consistently described Indian secularism as Sarv Dharm Sambhav? Again, very static question, very factual based question. The simple answer is Dr. Sarvepalli Radhakrishnan. Dr. S. Radhakrishnan described Indian secularism as Sarv Dharm Sambhav. 14th question. Which of the following countries have अनरिटन कॉन्स्टिट्यूशन? मतलब साढ़े को जो कॉन्स्टिट्यूशन है साढ़ा रिटन कॉन्स्टिट्यूशन है, सारे आर्टिकल्स डिफाइन है, वेरियस पार्ट्स हैं, लेकिन यूके इज अ कंट्री जिहड़ा कन्वेंशनस दे बेस ते चलदा है, दे डोंट हैव अ रिटन कॉन्स्टिट्यूशन। अगेन वेरी इंपॉर्टेंट, मार्क दिस इन योर माइंड दैट अनरिटन कॉन्स्टिट्यूशन केड़ी कंट्री दा है? यूनाइटेड किंगडम। द कॉन्स्टिट्यूशन ऑफ इंडिया वॉज अडॉप्टेड ऑन, सो दो चीज़ां ने, एक तो है कि जो इंडियन कॉन्स्टिट्यूशन है वो कद अडॉप्ट किया गया, दूसरा इज वो कद कमेंस होया। सो जब असी अडॉप्ट किया वो कद अडॉप्ट किया 26 नवंबर 1949, ठीक है, 2 महीने बाद, दैट मीनस दिसंबर एंड जनवरी। 26 जनवरी 1950 ਨੂੰ कमेंस हो गया साडा कॉन्स्टिट्यूशन। सो 26 नवंबर इज द डेट ऑफ अडॉप्शन and 26 January 1950 is the date of commencement of the Indian Constitution. 16th question. Which of the following is a feature to both the Indian Federation and the American Federation? So what is the Federation? उस बारे असी already चर्चा कर चुके हैं। हुण असी की देख रहे हैं, एक फीचर जिहड़ा दोनों विच common है, single citizenship। So साडे इत्थे तां single citizenship है, लेकिन अमेरिका विच there is green card system। Then let's get on to the answer D, a federal Supreme Court to interpret the Constitution. That means साडे कोल भी सुप्रीम कोर्ट है जिहड़ी कॉन्स्टिट्यूशन ने इंटरप्रेट करदी है, जिहदे विच असीं जुडिशियल रिव्यू दी भी गल कीती सी, आर्टिकल 13 दी भी गल कीती सी, फाइनल इंटरप्रेटर ऑफ द कॉन्स्टिट्यूशन दी भी गल कीती कि कौन है वो? सुप्रीम कोर्ट। सिमिलरली अमेरिका विच भी सुप्रीम कोर्ट है जिहड़ा उन्हां दे कॉन्स्टिट्यूशन नूं इंटरप्रेट करता। सो दिस इज वन ऑफ द कॉमन फीचर टू इंडियन फेडरेशन एंड अमेरिकन फेडरेशन के वी हैव अ सुप्रीम कोर्ट। 17th, who among the following was the president of Constituent Assembly of India? This is very popular question, very basic question, अक्सर एग्जाम विच पूछा जा सकता है। PSPCL ਦੇ एग्जाम ਜਿਹੜੇ ਹੋਣ ਵਾਲਾ ਉਹਦੇ ਚ ਵੀ ਪੁੱਛਿਆ ਜਾ ਸਕਦਾ, ਉਸ ਤੋਂ ਇਲਾਵਾ PSSSB ਦੇ एग्जाम्स ਵਿੱਚ ਵੀ SSC या बैंकिंग ਵਿੱਚ very common। So it is Dr. Rajendra Prasad। So don't confuse it with Jawaharlal Nehru or Lal Bahadur Shastri or Muhammad Ali Jinnah। No, it is Dr. Rajendra Prasad। 18th question. The convention that once a speaker always a speaker is followed in UK कि ਜਿਹੜਾ ਇੱਕ ਵਾਰ ਸਪੀਕਰ ਹੈ ਇਟਸ ਆਲਵੇਜ਼ ਅ ਸਪੀਕਰ। ਜਿਹੜੀ ਕਨਵੈਨਸ਼ਨ ਹੈ, ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਕਿ ਜਿਹੜਾ ਯੂਨਾਈਟਡ ਕਿੰਗਡਮ ਹੈ ਉਹ ਕਨਵੈਨਸ਼ਨ ਦੇ ਬੇਸ ਤੇ ਚੱਲਦਾ ਰਾਦਰ ਦੈਨ ਰਿਟਨ ਕਨਸਟੀਟਿਊਸ਼ਨ। ਸੋ ਇਟ ਇਜ਼ UK। So again next question, very important question, 19th one, Indian Penal Code, that is IPC। मतलब IPC एक्चुअली की है? IPC कोड ਅਸੀਂ ਅਕਸਰ ਦੇਖਦੇ ਹਾਂ ਨਿਊਜ਼ਪੇਪਰਸ ਵਿੱਚ ਕਿ XYZ ਨੂੰ ਚਾਰਜ ਕੀਤਾ ਗਿਆ ਅੰਡਰ IPC 420, 302, 307, ਇਹ ਸਾਰੇ ਸੈਕਸ਼ਨਸ ਨੇ। ਇਹ ਐਕਚੁਅਲੀ ਹੈ ਕਿ that Indian Penal Code came into operation in 1862। there are very close options। एक तो है enact कद होया सी, जब enact होया सी that was the year 1860, लेकिन commencement जड़ी इहदी हुई सी ऑपरेशन च कद आया सी 1862। इहदे नाल की सी जब कोई भी क्राइम कमिट करता सी परसन ਉਹਨੂੰ ਇਹਦੇ अंडर सैक्शन ਦੇ ਵਿੱਚ ਚਾਰਜ ਕੀਤਾ ਜਾਂਦਾ ਸੀ एंड अकॉर्डिंगली पनिशमेंट ਦਿੱਤੀ ਜਾਂਦੀ ਸੀ। then who was the person who was behind Indian Penal Code? Lord Macaulay। Lord Macaulay ਦੇ टाइम पीरियड ਦੇ ਵਿੱਚ Indian Penal Code ਨੂੰ ਇੰਟਰੋਡਿਊਸ ਕੀਤਾ ਗਿਆ ਸੀ। ਅਗੇਨ ਦਿਸ ਇਜ਼ ਵੈਰੀ ਇੰਪੋਰਟੈਂਟ। ਅਸੀਂ ਤਿੰਨ ਚੀਜ਼ਾਂ ਇੱਥੋਂ ਸਿੱਖੀਆਂ ਕਿ ਐਕਟ ਕਦ ਆਇਆ ਸੀ 1860 ਵਿੱਚ ਐਂਡ ਕਮੈਂਸਮੈਂਟ ਕਦ ਹੋਈ 1862। Next is how many articles are there in the Indian Constitution? Indian Constitution which total कितने articles हैं? 395। Again very important plus very much factual based question। 21st, the Constitution of India was framed by कि प्लानिंग कमीशन ने फ्रेम किया इंडियन कॉन्स्टिट्यूशन नू? नो। प्रेसिडेंट ने किया? नो। वर्किंग कमेटी ने किया? नो। फिर किन्ने किया? कॉन्स्टिट्यूएंट असैंबली ने किया। और कॉन्स्टिट्यूएंट असैंबली का बेस की सी? असी पिछले क्वेश्चन किया सी कैबिनेट मिशन। मतलब कैबिनेट मिशन ने ब्लूप्रिंट सारा डिजाइन किया और कॉन्स्टिट्यूएंट असैंबली स्टैबलिश हुई
ਔਰ ਕੌਂਸਟੀਟਿਊਸ਼ਨ ਅਸੈਂਬਲੀ ਜਦ ਸਟੈਬਲਿਸ਼ ਹੋਈ ਉਹਨੇ ਡਿਜ਼ਾਈਨ ਕੀਤਾ ਸਾਡਾ ਕੌਂਸਟੀਟਿਊਸ਼ਨ। ਉਹਦੇ ਵਿੱਚ ਕੌਂਸਟੀਟਿਊਸ਼ਨ ਦੇ ਵਿੱਚ ਡਿਫਰੈਂਟ ਕਮੇਟੀਜ਼ ਦੇ ਥਰੂ ਵਰਕ ਕਰਦਾ ਸੀ। ਇੱਕ ਡਰਾਫਟਿੰਗ ਕਮੇਟੀ ਸੀ ਜਿਹਦੇ ਚੇਅਰਮੈਨ ਕੌਣ ਸੀਗੇ? BR ਅੰਬੇਦਕਰ। Next is 22nd question. When was our national anthem first sung and where? So such type of static questions अक्सर पेपर विच पूछे जाते हैं। So date केड़ी है? You just have to remember date के कैलकटा विच सब तो पहला इनू गाया गया सी। 27th December is the date 1911। So 27th December 1911 in Calcutta। 23rd, the term caste was first derived from। So usually caste ਦੀ ਅਸੀਂ ਗੱਲ ਕਰਦੇ ਹਾਂ। ਸੋ ਜੇ ਅਸੀਂ ਗੱਲ ਕਰੀਏ ਕਾਸਟ ਦੀ ਤਾਂ ਉਹ ਜਿਹੜਾ ਟਰਮੀਨੋਲੋਜੀ ਹੈ ਉਹ ਪਹਿਲਾਂ ਡਰਾਈਵ ਕਿੱਥੋਂ ਹੋਈ ਸੀ? ਪੋਰਟੁਗੀਜ਼ ਤੋਂ ਡਰਾਈਵ ਹੋਈ ਸੀ। ਅਗੇਨ ਵੈਰੀ ਫੈਕਟ ਬੇਸਡ ਕੁਐਸਚਨ। The 24th question is the term Greater India denotes to political unity, cultural unity, religious unity or social unity. So the right answer is cultural unity. So we have so many cultures which defines India a greater India. Okay. 25th, the two forms of democracy are, one is parliamentary democracy and the other one is presidential form of democracy। ਜਿਹਦੇ ਬਾਰੇ ਅਸੀਂ ਗੱਲ ਕੀਤੀ ਸੀ that India follows parliamentary form of democracy ਔਰ ਜਿਹੜਾ ਅਮਰੀਕਾ ਹੈ ਉਹ ਫਾਰਮ ਕਰਦਾ ਹੈ presidential form of democracy। in the sense ਉੱਥੇ head of state is actually president plus head of government is also president। ਇੱਥੇ head of state is president but head of government is prime minister। अमेरिका जैसा नहीं है। therefore अमेरिका is presidential form of democracy और इंडिया की है parliamentary form of democracy। ਹੋਰ ਵੀ ਬਹੁਤ ਫੀਚਰਸ ਹੁੰਦੇ parliamentary form of democracy ਦੇ ਔਰ presidential form of democracy ਦੇ ਜਿਹੜੇ ਅਸੀਂ some other video 'ਚ ਕਵਰ ਕਰਾਂਗੇ। now next question is 26th, which was described by BR Ambedkar as the heart and soul of the Indian constitution। very important, it is actually article 32, right to constitutional remedy। मतलब जे right टू कॉन्स्टिट्यूशनल रेमेडी ही सानू नहीं मिलेगा तो साडा कोई भी फंडामेंटल राइट वायलेट हो जाए की फर्क पैंदा है? वैन वी डू नॉट हैव एनी काइंड ऑफ रिड्रेसल मैकेनिज्म, मतलब वायलेशन ते सानू सुनवाई ਲਈ ही कोई हक नहीं दिता गया ਤਾਂ ਉਹ ਰਾਈਟਸ ਦਾ ਵੀ ਕੀ ਫਾਇਦਾ? ਇसीलिए ਰਾਈਟ ਟੂ ਕੌਂਸਟੀਟਿਊਸ਼ਨਲ ਰੈਮੇਡੀਜ਼ that is article 32 was described by BR Ambedkar as heart and soul of constitution। next is 27th, first country to make constitution is। so ऐसी केड़ी पहली country सी जेड़ा written constitution लेके आई सी? that was India। no, England no, England तो असी हुनी देखा कि written constitution ही है नहीं। श्रीलंका no, it is United States of America, USA। very important। 28th, the method of impeachment of president of India is adopted from। मतलब ਇੱਕ ਤਾਂ ਹੁੰਦੀ ਹੈ ਰਿਮੂਵਲ, ਇੱਕ ਹੁੰਦੀ ਹੈ ਇੰਪੀਚਮੈਂਟ। ਜਦ ਵੀ ਰਿਮੂਵਲ ਕੰਪਲੈਕਸ ਪ੍ਰੋਸੀਜਰ ਨਾਲ ਹੁੰਦੀ ਹੈ, ਲਾਈਕ ਤੁਸੀਂ ਪਾਰਲੀਮੈਂਟ ਵਿੱਚ ਰੈਜ਼ੋਲੂਸ਼ਨਸ ਪਾਸ ਕਰ ਰਹੇ ਹੋ, ਉਹ ਤੋਂ ਇਲਾਵਾ ਸਪੈਸ਼ਲ ਮੈਜੋਰਿਟੀ ਦੀ ਰਿਕੁਆਇਰਮੈਂਟ ਆ ਰਹੀ ਹੈ, ਇਹ ਜਦ ਪ੍ਰੋਸੀਜਰ ਕੰਪਲੈਕਸ ਹੋ ਜਾਂਦਾ ਇਹਨੂੰ ਆਪਾਂ ਕੀ ਕਹਿੰਦੇ ਆ ਕਿ ਇਟ ਇਜ਼ ਐਕਚੁਅਲੀ ਇੰਪੀਚਮੈਂਟ ਆਫ ਦ ਪ੍ਰੈਜ਼ੀਡੈਂਟ। ਔਰ ਜਿਹੜੀ ਇੰਡੀਅਨ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦਾ ਪ੍ਰੋਸੀਜਰ ਹੈ, ਇੰਡੀਅਨ ਪ੍ਰੈਜ਼ੀਡੈਂਟ ਨੂੰ ਰਿਮੂਵ ਨਹੀਂ ਕੀਤਾ ਜਾਂਦਾ, ਉਹਨੂੰ ਇੰਪੀਚਮੈਂਟ ਕਿਹਾ ਜਾਂਦਾ ਕਿਉਂਕਿ ਉਹ ਵੀ ਕੰਪਲੈਕਸ ਪ੍ਰੋਸੀਜਰ ਤੋਂ ਨਿਕਲਦਾ। ਉਹ ਕਿੱਥੋਂ ਬੋਰੋ ਕੀਤਾ ਸੀ ਅਸੀਂ? ਯੂਨਾਈਟਿਡ ਸਟੇਟਸ ਆਫ ਅਮਰੀਕਾ। ਨੈਕਸਟ ਸਾਡਾ 29ਵਾਂ ਕੁਐਸਚਨ, the two basic principles of liberal theory of democracy। so ਅਸੀਂ ਹੁਣ liberal theory of democracy ਦੀ ਗੱਲ ਕਰ ਰਹੇ ਹਾਂ ਤਾਂ ਥੋੜੇ concept based questions ਆ ਗਏ। so concept of based question ਦੀ ਗੱਲ ਕਰ ਰਹੇ ਹਾਂ ਕਿ ਜਿਹੜੇ ਦੋ ਪ੍ਰਿੰਸੀਪਲਸ ਹੈ liberal theory ਦੇ of democracy as emphasized by John Locke are। John Locke moral philosopher ਹੈ, western political thought ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ। ਸੋ ਇਹਨਾਂ ਨੇ ਜਿਹੜਾ emphasize ਕੀਤੀ ਸੀ liberal theory ਦੇ democracy ਦੀ as emphasized by John Locke are ਯੂਨੀਵਰਸਲ ਐਡਲਟ ਫਰੈਂਚਾਈਜ਼ ਐਂਡ ਰਾਈਟ ਟੂ ਪ੍ਰੋਪਰਟੀ। ਸੋ ਅਸੀਂ ਜੌਨ ਲੌਕ ਜਿਹੜੇ ਸੀ ਉਹਨਾਂ ਨੇ ਨੈਚੁਰਲ ਰਾਈਟਸ ਦੀ ਗੱਲ ਕੀਤੀ, ਨੈਚੁਰਲ ਲਾਅ ਦੀ ਵੀ ਗੱਲ ਕੀਤੀ, ਸਟੇਟਮੈਂਟ ਲਾਅ ਦੀ ਵੀ ਗੱਲ ਕੀਤੀ ਉਹਨਾਂ ਨੇ, ਔਰ ਉਹਨਾਂ ਨੇ ਕਿਹਾ ਸੀ ਰਾਈਟ ਟੂ ਲਾਈਫ, ਲਿਬਰਟੀ ਐਂਡ ਪ੍ਰੋਪਰਟੀ ਇਹ ਤਿੰਨ ਐਸੇ ਰਾਈਟਸ ਹੈ ਜਿਹੜੇ ਨੈਚੁਰਲ ਰਾਈਟ ਹੈ ਔਰ ਇਨਸਾਨ ਤੋਂ ਖੋਏ ਨਹੀਂ ਜਾ ਸਕਦੇ। ਸੋ ਉਹਦੇ ਵਿੱਚ ਉਹਨਾਂ ਨੇ ਜਿਹੜੀ ਥਿਊਰੀ ਸੀ ਕੀ ਡਿਫਾਈਨ ਕੀਤਾ ਸੀ ਉਹ ਤਾਂ ਬਹੁਤ ਡਿਟੇਲ 'ਚ ਹੈ, ਸਮ ਅਦਰ ਡੇ ਅਸੀਂ ਗੱਲ ਕਰਾਂਗੇ ਉਹਦੇ ਬਾਰੇ। ਲੇਕਿਨ ਜੇ ਅੱਜ ਗੱਲ ਕਰ ਰਹੇ ਹਾਂ ਤਾਂ with respect to this question ਤਾਂ ਦੋ ਚੀਜ਼ਾਂ ਸੀ, two basic principles। one is universal adult franchise, मतलब ਹਰੇਕ ਨਾਗਰਿਕ ਨੂੰ ਵੋਟ ਕਰਨ ਦਾ ਅਧਿਕਾਰ based on a particular age and right to property। right to property ਇੱਕ ਬਹੁਤ inclusive right ਸੀ ਜਿਹਦੇ ਵਿੱਚ right to life ਨੂੰ ਵੀ ਗਿਣਦੇ ਸੀ ਔਰ right to liberty ਨੂੰ ਵੀ ਗਿਣਦੇ ਸੀ। so next question is 30th question, cabinet system and collective responsibility are contribution of which country। मतलब केड़ी कंट्री ने contribute किया in the sense of cabinet system and collective responsibility। collective responsibility की हुंदा है, it is actually
responsibility of the executive towards Lok Sabha in particular and parliament in general. मतलब ਜਿਹੜੇ council of ministers ਬਣਦੇ ਨੇ, prime minister and council of minister, they are actually responsible to Lok Sabha in particular. Therefore ਜਿਹੜੀ ਇਹ government ਇਹਨੂੰ responsible government ਵੀ ਕਿਹਾ ਜਾਂਦਾ because they are responsible. This is wrongly written over here India. The right answer is Britain. The Britain ਤੋਂ ਅਸੀਂ ਇਹ ਚੀਜ਼ borrow ਕੀਤੀ ਸੀ ਔਰ Britain was the one ਜਿਹਨੇ introduce ਕੀਤਾ ਸੀ cabinet system ਤੇ collective responsibility. So don't confuse yourself. The right answer is Britain and not India. India also follows cabinet system and collective responsibility principle. ਪਰ ਜਿਹੜਾ ਇਹ system ਹੈ ਅਸੀਂ ਵੀ Britain ਤੋਂ ਹੀ borrow ਕੀਤਾ. 31ਵਾਂ question ਦੇਖਦੇ ਹਾਂ. In India, legal sovereignty is vested with the constitution. So ਜਿਹੜੀ legal sovereignty the principle है, that means sovereign कौन है, independent कौन है, कि parliament है, कि judiciary है, कि president है, कि cabinet है? No, India's constitution is sovereign. लेकिन ਜਿਹੜਾ ब्रिटेन है ਉਹਨਾਂ ਦੀ parliament sovereign ਹੈ, ਲੇਕਿਨ ਸਾਡੇ ਕੇਸ ਦੇ ਵਿੱਚ it's not parliament. Remember this, ਸਾਡੇ ਕੇਸ ਦੇ ਵਿੱਚ constitution is sovereign. 32ਵਾਂ question, what is meant when the constitution declares India a secular state? ਤੁਸੀਂ ਅਕਸਰ ਸੁਣਿਆ ਹੋਊਗਾ, ਅਖਬਾਰਾਂ ਵਿੱਚ ਵੀ ਚਰਚਾ ਚੱਲਦੀ ਰਹਿੰਦੀ ਹੈ that India is a secular state. ਸੇ ਜਦ constitution secular ਕਹਿ ਰਿਹਾ ਹੈ ਇੰਡੀਆ ਨੂੰ, ਤਾਂ ਉਹ secularism ਦਾ ਮਤਲਬ ਕੀ ਹੈ ਕਿ how Indian state is secular? ਉਹਦਾ ਆਨਸਰ ਇਹ ਹੁੰਦਾ ਹੈ ਕਿ ਲੈਟਸ ਗੈਟ ਔਨ ਟੂ ਕਿ ਸੈਕੂਲਰਿਜ਼ਮ ਹੈ ਕੀ ਐਕਚੁਅਲੀ. ਸੈਕੂਲਰਿਜ਼ਮ ਦਾ ਜਿਹੜਾ ਰਿਵਾਜ ਸੀ ਜਾਂ ਸੈਕੂਲਰਿਜ਼ਮ ਦੀ ਜਿਹੜੀ ਆਵਾਜ਼ ਸੀ ਉਹ ਮੈਕਿਆਵਲੀ ਦੇ ਟਾਈਮ ਤੋਂ ਜ਼ਿਆਦਾ ਪੋਪੂਲਰ ਹੋਣੀ ਸ਼ੁਰੂ ਹੋਈ. ਜਿਹੜੀ ਮੈਕਿਆਵਲੀ ਦੇ ਟਾਈਮ ਤੋਂ ਪੋਪੂਲਰ ਹੋਣੀ ਸ਼ੁਰੂ ਹੋਈ ਉਹ ਕੀ ਕਹਿੰਦਾ ਸੀ ਕਿ ਜਿਹੜਾ ਸਟੇਟ ਹੈ ਉਹਨੂੰ ਬਿਲਕੁਲ ਆਪਣੇ ਆਪ ਨੂੰ ਕੱਟ ਆਫ ਕਰਨਾ ਚਾਹੀਦਾ ਹੈ ਰਿਲੀਜਨ ਤੋਂ. ਰਿਲੀਜਨ ਜਿਹੜਾ ਉਹ ਹਰੇਕ ਇੰਡੀਵਿਜੂਅਲ ਦੇ ਪਰਸਨਲ ਸਫੇਅਰ ਵਿੱਚ ਹੋਵੇ, ਕਿ ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਕੋਈ ਕ੍ਰਿਸਚਨ ਹੈ, ਕੋਈ ਸਿੱਖ ਹੈ, ਕੋਈ ਪਾਰਸੀ ਹੈ, ਕੋਈ ਜੈਨ ਹੈ, ਕੋਈ ਬੋਧੀ ਹੈ, ਵਾਟ ਐਵਰ, ਉਹ ਆਪਣੇ ਪਰਸਨਲ ਸਫੇਅਰਸ ਵਿੱਚ ਰਹੇ. ਵਾਟ ਸਟੇਟ ਹੈਜ਼ ਟੂ ਡੂ, ਸਟੇਟ ਹੈਜ਼ ਟੂ ਡੂ ਵਿਦ ਦ ਗਵਰਨੈਂਸ ਐਂਡ ਨਾਟ ਵਿਦ ਦ ਰਿਲੀਜਨਸ. ਸੋ ਦਿਸ ਇਜ਼ ਐਕਚੁਅਲੀ ਕਿ ਜਦ ਸੈਕੂਲਰਿਜ਼ਮ ਨੂੰ ਅਸੀਂ ਡਿਫਾਈਨ ਕਰਦੇ ਹਾਂ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਦੈਟ ਸਟੇਟ ਦਾ ਕੋਈ ਰਿਲੀਜਨ ਨਹੀਂ ਹੈ, ਸਟੇਟ ਸੈਪਰੇਟ ਹੈ, ਰਿਲੀਜਨ ਸੈਪਰੇਟ ਹੈ. So right answer is C. The state regards religions as a private affair of the citizen and does not discriminate on this base. So ਜਿਹੜਾ state ਇਸ base ਤੇ discriminate ਕਰਦਾ ਹੈ ਉਹ secular state ਨਹੀਂ ਹੁੰਦਾ. So to know more about secularism ਤੁਸੀਂ article 25 ਵੀ ਪੜ੍ਹ ਸਕਦੇ ਹੋ and you will get a greater picture of what secularism is. 33ਵਾਂ question, January 26th selected as the date for the inauguration of the constitution. ਅਸੀਂ ਪਹਿਲਾਂ ਵੀ question ਕੀਤਾ ਸੀ ਨਾ which was the date of the adoption of the Indian constitution, ਜਿਸ 'ਚ ਅਸੀਂ ਦੇਖਿਆ ਸੀ 26 ਨਵੰਬਰ 1949 and commencement ਅਸੀਂ ਦੇਖਿਆ ਸੀ 26 ਜਨਵਰੀ 1950. ਇਹ ਵੀ ਇਹੀ ਪੁੱਛ ਰਹੇ ਹਾਂ ਕਿ ਜਿਹੜੀ 26 ਜਨਵਰੀ ਉਹਨੂੰ ਅਸੀਂ ਕਿਉਂ ਸਿਲੈਕਟ ਕੀਤਾ ਸੀ ਐਜ਼ ਦ ਇਨੋਗ੍ਰੇਸ਼ਨ ਆਫ ਦ ਕਨਸਟੀਟਿਊਸ਼ਨ. ਉਹਦਾ ਕਾਰਨ ਇਹ ਸੀਗਾ ਕਿ 1930 ਦੇ ਵਿੱਚ ਕਾਂਗਰਸ ਨੇ ਇੰਡੀਪੈਂਡੈਂਸ ਡੇ ਆਬਜ਼ਰਵ ਕੀਤਾ ਸੀਗਾ ਔਨ ਦ ਸੇਮ ਡੇਟ. ਦੇਅਰਫੋਰ ਅਸੀਂ ਉਸ ਡੇਟ ਨੂੰ ਸੋਚਿਆ ਕਿ ਅਸੀਂ ਰਿਪਬਲਿਕ ਡੇ ਦੇ ਤੌਰ ਤੇ ਸੈਲੀਬ੍ਰੇਟ ਕਰਾਂਗੇ. ਸੋ ਰਾਈਟ ਆਨਸਰ ਇਜ਼ ਸੀ. 34th, which of the following is not an element of the state? ਮਤਲਬ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਕਿਹੜੀ ਚੀਜ਼ਾਂ ਆਉਂਦੀਆਂ? ਯੂਜੂਲੀ ਅਸੀਂ 4 ਐਲੀਮੈਂਟਸ ਦੀ ਗੱਲ ਕਰਦੇ ਹਾਂ ਜਿਹੜੀ ਸਟੇਟ ਦੀ ਡੈਫੀਨੇਸ਼ਨ ਵਿੱਚ ਆਉਂਦੇ. ਉਹ ਕਿਹੜੇ ਕਿਹੜੇ ਨੇ? ਪਾਪੂਲੇਸ਼ਨ, ਲੈਂਡ ਜਾਂ ਫਿਰ ਟੈਰੀਟਰੀ, ਗਵਰਨਮੈਂਟ. ਆਰਮੀ ਨਹੀਂ ਹੁੰਦਾ. ਆਰਮੀ ਦੀ ਜਗ੍ਹਾ ਕੀ ਹੈ? ਇਟਸ ਸੋਵਰਨਿਟੀ. ਦ ਸਟੇਟ ਹੈਜ਼ ਟੂ ਬੀ ਸੋਵਰਨ to qualify itself as a state. So 4 elements ਕਿਹੜੇ ਕਿਹੜੇ ਇੰਪੋਰਟੈਂਟ ਹੈ? sovereignty, population, territory ਜਾਂ ਫਿਰ land, ਔਰ ਚੌਥਾ is government. 35th, which one of the following is not key feature of Indian constitution? ਮਤਲਬ ਇੰਡੀਅਨ constitution ਦਾ ਕੀ ਫੀਚਰ ਕਿਹੜਾ ਨਹੀਂ ਹੈ? ਕਾਸੀ ਫੈਡਰਲ ਅਸੀਂ ਹੈਗੇ ਹਾਂ, ਅਸੀਂ ਪਹਿਲਾਂ ਵੀ ਗੱਲ ਕੀਤੀ that India is a ਕਾਸੀ ਫੈਡਰਲ. separation of powers ਬਿਲਕੁਲ ਹੈ. there is separation of power. ਐਜ਼ ਐਨ ਐਗਜ਼ੈਕਟਿਵ ਆਪਣੀ ਡਿਊਟੀ ਪਰਫਾਰਮ ਕਰਦਾ ਹੈ, ਲੈਜਿਸਲੇਟਿਵ ਆਪਣੀ, ਜੁਡੀਸ਼ਰੀ ਆਪਣੀ. ਫੰਡਾਮੈਂਟਲ ਰਾਈਟਸ ਬਿਲਕੁਲ ਸਾਨੂੰ ਦਿੱਤੇ ਗਏ ਆ ਫੰਡਾਮੈਂਟਲ ਰਾਈਟਸ. ਅਰਿਸਟੋਕ੍ਰੇਸੀ ਨਹੀਂ, ਇੱਦਾਂ ਦਾ ਕੁਛ ਨਹੀਂ ਹੈ. ਇਟਸ ਨਾਟ ਦੈਟ ਅਰਿਸਟੋਕ੍ਰੇਸੀ ਜਾਂ ਫਿਰ ਕੋਈ ਐਲੀਟ ਸੈਕਸ਼ਨ ਹੈ ਜਿਹਨੂੰ ਸਪੈਸ਼ਲ ਪ੍ਰਿਵਿਲੇਜਸ ਹੈ, ਇੱਦਾਂ ਦਾ ਕੁਛ ਨਹੀਂ ਹੈ. ਸੋ ਦਿਸ ਇਜ਼ ਰੋਂਗ. This is not a feature of Indian constitution. 36. The concept of sovereign parliament originated in England. ਅਸੀਂ ਹੁਣੀ ਗੱਲ ਕਰਕੇ ਹਟੇ ਹਾਂ that England ਦੀ ਜਿਹੜੀ parliament ਹੈ ਉਹ sovereign ਹੈ. Therefore ਜਿਹੜਾ concept of sovereignty of parliament ਹੈ ਉਹ England ਤੋਂ ਹੀ ਉੱਠਿਆ ਸੀ. ਇੰਡੀਆ ਵਿੱਚ ਐਸਾ ਨਹੀਂ ਹੈ. ਇੰਡੀਆ ਵਿੱਚ constitution is sovereign. 37th. Who is considered the architect of Indian constitution? Very simple, very popular question. B.R. Ambedkar is considered as the architect of Indian constitution because he was also the chairman of the drafting committee of the Indian constitution.
38th, the concurrent list in Indian constitution is adopted from the constitution of which country? I have already told you ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਮਲਟੀਪਲ ਸੋਰਸਿਸ ਤੋਂ ਬੋਰੋ ਕੀਤਾ ਗਿਆ ਯੂ نو ਐਸੀ ਡਿਬੇਟ ਵੀ ਚੱਲੀ ਸੀ ਇਨ ਦ ਕਨਸਟੀਟਿਊਟ ਅਸੈਂਬਲੀ ਕਿ ਵਾਟ ਨਿਊ ਆਰ ਯੂ ਟਰਾਈਂਗ ਟੂ ਬ੍ਰਿੰਗ in the Indian constitution. It's just you are borrowing from different countries. ਫਿਰ constitution assembly ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਅਸੀਂ ਇਸ ਐਰਾ ਵਿੱਚ ਰਹਿ ਰਹੇ ਹਾਂ ਜਿੱਥੇ ਕੋਈ ਨਵੀਂ ਚੀਜ਼ ਆਣਾ ਜਾਂ ਲਿਆਣਾ ਇੰਪੋਸੀਬਲ ਹੈ ਸੋ ਪੁਆਇੰਟ ਇਜ਼ ਕਿ ਅਸੀਂ ਸਾਰੀ ਵਧੀਆ ਚੀਜ਼ਾਂ ਅਡਾਪਟ ਕਰੀਏ ਔਰ ਉਹਨੂੰ ऐसा बनाइए विच इज़ कंड्यूसिव विच इज़ वेरी मच रेलेवेंट टू द इंडियन सोसाइटी और ਉਹਦੇ 'ਚ ਅਸੀਂ ਕਾਮਯਾਬ ਹੋ ਜਾਈਏ ਵੀ ਕੈਨ ਪ੍ਰੋਡਿਊਸ ਅ ਮਾਸਟਰਪੀਸ ਸੋ ਜਿਹੜੀ ਕੌਨਕਰੈਂਟ ਲਿਸਟ ਹੈ ਦੈਟ ਮੀਨਸ ਵੀ ਹੈਵ 3 ਲਿਸਟ ਸਟੇਟ ਲਿਸਟ ਯੂਨੀਅਨ ਲਿਸਟ ਐਂਡ ਕੰਕਰੈਂਟ ਲਿਸਟ ਜਿਹੜੀ ਤਾਂ ਸਟੇਟ ਦੀ ਲਿਸਟ ਹੈ ਉਹਦੇ ਵਿੱਚ ਜਿਹੜੀ ਲਾਅ ਮੇਕਿੰਗ ਹੈ ਸਟੇਟ ਲਿਸਟ ਦੇ ਵਿੱਚ ਕੁਝ ਸਬਜੈਕਟਸ ਹੈ ਉੱਤੇ ਜਿਹੜੀ ਲਾਅ ਮੇਕਿੰਗ ਹੈ ਉਹ ਸਟੇਟ ਕਰੇਗਾ ਜਿਹੜੀ ਯੂਨੀਅਨ ਲਿਸਟ ਦੇ ਵਿੱਚ ਸਬਜੈਕਟਸ ਹੈ ਉੱਤੇ ਜਿਹੜੀ ਲਾਅ ਮੇਕਿੰਗ ਹੈ ਉਹ ਪਾਰਲੀਮੈਂਟ ਕਰੇਗੀ ਔਰ ਜਿਹੜੀ ਕੰਕਰੈਂਟ ਹੈ ਉਹਦੇ ਤੇ ਦੋਨੋਂ ਲਾਅ ਮੇਕਿੰਗ ਕਰ ਸਕਦੇ ਆ ਔਰ ਇਹ ਪ੍ਰੋਵੀਜ਼ਨਸ ਦੀ ਕਿੱਥੋਂ ਬੋਰੋ ਕੀਤੀ ਸੀ ਆਸਟ੍ਰੇਲੀਆ ਤੋਂ ਡੀ 39th the mind and ideals of the framers of the constitution are reflected in the preamble so ਸਾਡਾ preamble ਕਹਿੰਦਾ ਕੀ ਹੈ preamble says that we the people of India having solemnly resolved to constitute India into sovereign socialist secular democratic republic and it goes on so ਕਹਿਣ ਦਾ ਮਕਸਦ ਕੀ ਹੈ this is actually mind and ideals of the framers of the constitution ਕਿ ਉਹ ਚਾਹੁੰਦੇ ਕੀ ਸੀ ਕਿ ਕਿਵੇਂ ਦਾ ਬਣਿਆ ਸਾਡਾ constitution ਉਹ ਇੱਕ ਜਿਹੜਾ preamble ਹੈ ਸਾਨੂੰ glimpse ਦਿੰਦਾ so right answer is preamble Don't confuse yourself with fundamental duties या rights या DPSP directive principles of state policy. No, ਉਹਨਾਂ ਦੀ ਵੀ ਆਪਣੀ ਅਲੱਗ ਜਗ੍ਹਾ ਹੈ ਉਹ ਕਨਸਟੀਟਿਊਸ਼ਨ ਦੇ ਅੰਦਰ ਹੈ ਲੇਕਿਨ ਅਗਰ ਕਨਸਟੀਟਿਊਸ਼ਨ ਨੂੰ ਇਨ ਬਰੀਫ ਸੀ ਜਾਣਨਾ ਚਾਹੁੰਦੇ ਹਾਂ ਇੰਡੀਅਨ ਕਨਸਟੀਟਿਊਸ਼ਨ ਨੂੰ ਕਿ ਉਹ ਕੀ ਕਹਿ ਰਿਹਾ we have to read the preamble. Which Government of India Act allowed some elected representation in the legislature for the first time. ਮਤਲਬ ਕਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਸੀ ਇੰਡੀਆ ਵਾਜ਼ ਅ ਬ੍ਰਿਟਿਸ਼ ਕਲੋਨੀ ਉਸ ਟਾਈਮ ਤੇ ਵੀ ਗਵਰਨ ਕਰਨ ਲਈ ਵੇਰੀਅਸ ਐਕਟਸ ਆਉਂਦੇ ਸੀ ਚਾਹੇ ਉਹ ਮੋਰਲੇ ਮਿੰਟੋ ਸੀ ਚਾਹੇ ਉਹ ਮੌਂਟੇਗੂ ਚੈਮਸਫੋਰਡ ਸੀ ਚਾਹੇ ਫਿਰ ਉਹ ਤੋਂ ਬਾਅਦ ਦੇ ਐਕਟ ਸੀ ਦੇਖੇ 1935 ਐਕਟ ਦੇਖਿਆ ਤੇ ਇਹ ਕੁਐਸਚਨ ਕੀ ਪੁੱਛ ਰਿਹਾ ਸਾਨੂੰ ਵਿਚ ਗਵਰਨਮੈਂਟ ਆਫ ਇੰਡੀਆ ਐਕਟ ਅਲਾਉਡ some elected representation in the legislature for the first time ਮਤਲਬ legislature ਵਿੱਚ ਪਹਿਲੀ ਵਾਰੀ ਕੁਝ ਇਲੈਕਟਡ ਰਿਪਰੈਜ਼ੈਂਟੇਸ਼ਨਸ ਨੂੰ ਅਲਾਉ ਕੀਤਾ ਗਿਆ ਉਹ ਕਿਹੜਾ ਐਕਟ ਸੀ ਜਿਹਨੇ ਅਲਾਉ ਕੀਤਾ ਉਹ ਸੀ ਗਵਰਨਮੈਂਟ ਆਫ ਇੰਡੀਆ ਐਕਟ 1909 ਆਨਸਰ ਇਜ਼ ਬੀ ਅਗਲਾ ਕੁਐਸਚਨ 41st what is the basis of classification of government as unitary and federal ਮਤਲਬ ਅਸੀਂ ਜਿਹੜੀ ਕਲਾਸੀਫਿਕੇਸ਼ਨ ਕਰਦੇ ਹਾਂ ਗਵਰਨਮੈਂਟ ਦੀ ਇਫ ਇਟ ਇਜ਼ ਅ ਯੂਨਿਟਰੀ ਔਰ ਫੈਡਰਲ ਉਹ ਕਿਸ ਬੇਸ ਤੇ ਕਰਦੇ ਹਾਂ ਸੋ it is always on the basis of relationship between center and state ਮਤਲਬ ਜਿਹੜਾ state ਹੈ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਇਹ ਜਿਹੜੇ ਪਾਵਰਸ ਹੈ ਉਹ ਕਿੱਥੋਂ ਡਰਾਈਵ ਕਰ ਰਹੇ ਸੈਂਟਰ ਤੋਂ ਡਰਾਈਵ ਕਰ ਰਹੇ ਹੈ ਜਾਂ ਫਿਰ ਕਨਸਟੀਟਿਊਸ਼ਨ ਤੋਂ ਡਰਾਈਵ ਕਰ ਰਹੇ ਹੈ ਦੋਨਾਂ ਦਾ ਆਪਸ 'ਚ ਰਿਲੇਸ਼ਨ ਕੀ ਹੈ ਪਾਵਰ ਸ਼ੇਅਰਿੰਗ ਅਰੇਂਜਮੈਂਟ ਕੀ ਹੈ ਇਹ ਜਿਹੜਾ ਸਾਰਾ ਰਿਲੇਸ਼ਨਸ਼ਿਪ ਹੈ ਇਹੀ ਡਿਫਾਈਨ ਕਰਦਾ ਹੈ that if a government is unitary or a government is federal so this is very important concept based question 42nd the Government of India Act 1935 was based on very simple question Simon Commission ਦੀ ਰਿਪੋਰਟ ਦੇ ਬੇਸ ਤੇ ਹੀ Government of India Act 1935 ਆਇਆ ਸੀ ਔਰ ਜਿਹੜੇ ਚੇਂਜਸ ਲਿਆਏ ਗਏ ਸੀਗੇ the base was Simon Commission 43rd who described the Government of India Act 1935 see the Government of India Act 1935 ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਨੇ ਬਹੁਤ ਕੰਟਰੀਬਿਊਟ ਕੀਤਾ ਸੀ ਸਾਡੀ ਉਸ ਟਾਈਮ ਦੀ ਗਵਰਨੈਂਸ ਦੇ ਵਿੱਚ ਵੀ ਔਰ ਸਾਡੇ ਇੰਡੀਅਨ ਕਨਸਟੀਟਿਊਸ਼ਨ ਹੈ ਉਹ ਲਾਰਜਲੀ ਬੇਸਡ ਵੀ 1935 ਦੇ ਐਕਟ ਤੋਂ ਹੀ ਹੈ ਸੋ ਯੂ ਸ਼ੁੱਡ ਨੋ ਦਿਸ who described the Government of India Act 1935 as the new charter of bondage it was actually Pandit Jawaharlal Nehru important fact based question 44th who is custodian of Indian Constitution so see custodian of Indian Constitution guardian of Indian Constitution interpreter of the Indian Constitution it is Chief Justice of India Supreme Court Chief Justice of India 45th which is the most important system in democracy मतलब democracy ਦੇ ਵਿੱਚ most important system ਕੀ ਹੈ it is political system which is the most important system as in people go people vote people participate people elect people get themselves elected people are voting there is actually a political atmosphere they feel empowered यही है democracy political democracy 46th when was the first central legislative assembly constituted मतलब पहली central legislative assembly कद constitute हुई सी it was
in the year 1920. Again, this is important question. 47th, ਜਿਹੜਾ rule of law ਦਾ concept ਹੈ, it is a special feature of constitutional system of Britain. So see, this is very interesting ਕਿ even ਜਦ ਇੰਗਲਿਸ਼ ਸਾਨੂੰ ਰੂਲ ਕਰ ਰਹੇ ਸੀ, ਬ੍ਰਿਟਿਸ਼ ਸਾਨੂੰ ਰੂਲ ਕਰ ਰਹੇ ਸੀ, they used to believe in rule of law. ਚਾਹੇ ਉਹ ਸਾਡੇ ਤੇ ਅਤਿਆਚਾਰ ਵੀ ਕਰਦੇ ਸੀ ਤਾਂ ਵੀ ਕੋਈ ਨਾ ਕੋਈ ਲਾਅ ਬਣਾ ਕੇ ਕਰਦੇ ਸੀ, ਚਾਹੇ ਉਹ ਰੌਲਟ ਐਕਟ ਹੀ ਸੀ, ਲੇਕਿਨ ਬਿਨਾਂ ਲਾਅ ਤੋਂ ਕੰਮ ਨਹੀਂ ਕਰਦੇ ਸੀ, ਬਿਕੋਜ਼ ਉਹ ਮੰਨਦੇ ਸੀ there has to be rule of law, law has to be there. ਹੁਣ ਉਹ ਲਾਅ ਵਧੀਆ ਘਟਿਆ ਉਹ ਬਾਅਦ ਦੀ ਗੱਲ ਹੈ, ਲੇਕਿਨ ਲਾਅ ਬਣਾਵਾਂਗੇ ਫਿਰ ਹੀ ਅਤਿਆਚਾਰ ਕਰਾਂਗੇ in that sense. So rule of law ਜਿਹੜਾ ਹੈ special feature ਕਿਹਦਾ ਹੈ, constitutional system of Britain. So Britain believed in this. 48th, grassroot democracy is related to, मतलब grassroot ਦਾ मतलब ਬਿਲਕੁਲ ਹੇਠਲੇ ਲੈਵਲ ਤੱਕ ਜਾ ਕੇ, ਚਾਹੇ ਉਹ ਵਿਲੇਜ ਲੈਵਲ ਹੈ, ਚਾਹੇ ਉਹ ਮਿਊਨਿਸਪਲ ਕਾਰਪੋਰੇਸ਼ਨ ਲੈਵਲ ਹੈ. ਸੋ grassroot democracy is related to ਡੈਵੋਲਿਊਸ਼ਨ ਆਫ ਪਾਵਰ, ਡੀਸੈਂਟਰਲਾਈਜੇਸ਼ਨ ਆਫ ਪਾਵਰ, ਪੰਚਾਇਤੀ ਰਾਜ ਸਿਸਟਮ ਜਾਂ ਫਿਰ ਆਲ ਆਫ ਦਾ ਅਬਵ. ਬਿਲਕੁਲ ਤੁਸੀਂ ਪਾਵਰਸ ਨੂੰ ਡੀਸੈਂਟਰਲਾਈਜ਼ ਕਰਦੇ ਹੋ ਕੌਨਸਟੀਟਿਊਸ਼ਨਲ ਮੈਕੈਨਿਜ਼ਮ ਦੇ ਥਰੂ, ਯੂ ਮੇਕ ਚੇਂਜਸ ਇਨ ਦਾ ਕੌਨਸਟੀਟਿਊਸ਼ਨ, ਕੌਨਸਟੀਟਿਊਸ਼ਨਲ ਅਮੈਂਡਮੈਂਟ ਲੈ ਕੇ ਆਈ ਜਾਂਦੀ ਹੈ, ਪਾਵਰਸ ਨੂੰ ਵੰਡਿਆ ਜਾਂਦਾ ਹੈ, ਸ਼ੇਅਰ ਕੀਤਾ ਜਾਂਦਾ ਹੈ, ਡੈਵੋਲਿਊਸ਼ਨ ਆਫ ਪਾਵਰਸ ਹੁੰਦੀ ਹੈ, ਪੰਚਾਇਤੀ ਰਾਜ ਸਿਸਟਮ. ਸੋ ਦਿਸ ਇਜ਼ ਆਲ ਆਫ ਦਾ ਅਬਵ ਐਕਚੁਅਲੀ, ਕਿਉਂਕਿ ਇਹ ਸਾਰੇ ਰਿਲੇਟਿਡ ਟੂ ਗ੍ਰਾਸਰੂਟ ਡੈਮੋਕ੍ਰੇਸੀ ਨਾਲ ਹੀ ਹੈ. 49th, ਦ ਫੇਜ਼ ਇਕੁਆਲਿਟੀ ਬਿਫੋਰ ਲਾਅ. ਸਾਡੇ ਆਰਟੀਕਲ 14 ਵਿੱਚ ਫੇਜ਼ ਯੂਜ਼ ਹੁੰਦਾ ਹੈ ਇਕੁਆਲਿਟੀ ਬਿਫੋਰ ਲਾਅ. ਦੂਸਰਾ ਫੇਜ਼ ਹੈ ਫॉर योर नॉलेज ਇਕੁਅਲ ਪ੍ਰੋਟੈਕਸ਼ਨ ਆਫ ਲਾਅ. The phrase equality before law used in Article 14 of Indian Constitution has been borrowed from again Britain. क्यों we were British colony only. से ਜਿਹੜਾ ਸਾਡਾ constitution ਵੀ ਹੈ ਉਹ ਵੀ largely based ਕਿਹਦੇ ਨਾਲ ਹੈ, ਜਾਂ ਤਾਂ Government of India Act 1935 ਉਹ ਵੀ ਬ੍ਰਿਟਿਸ਼ਰਸ ਨੇ ਬਣਾਈ, ਜਾਂ ਫਿਰ ਬ੍ਰਿਟੇਨ ਤੋਂ ਅਸੀਂ ਕਾਫੀ ਚੀਜ਼ਾਂ ਬੋਰੋ ਕੀਤੀਆਂ. 50th question, last question of this video, democratic socialism. ਹੁਣ democratic socialism ਹੁੰਦਾ ਕੀ ਹੈ? ਜੇ ਅਸੀਂ ਸੋਸ਼ਲਿਜ਼ਮ ਦੀ ਗੱਲ ਕਰੀਏ, ਸੋਸ਼ਲਿਜ਼ਮ ਦੀ ਵਿਚਾਰਧਾਰਾ ਕੀ ਹੈ ਕਿ ਜਿਹੜੇ ਮੀਨਸ ਆਫ ਪ੍ਰੋਡਕਸ਼ਨਸ ਹੈ ਉਹ ਕਮਿਊਨਿਟੀ ਬੇਸਡ ਹੋਣੇ ਚਾਹੀਦੇ, ਕਮਿਊਨਿਟੀ ਦੀ ਓਨਰਸ਼ਿਪ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਇੰਡੀਵਿਜੂਅਲ ਦੀ ਓਨਰਸ਼ਿਪ. ਜੇ ਇੰਡੀਵਿਜੂਅਲ ਦੀ ਓਨਰਸ਼ਿਪ ਹੁੰਦੀ ਹੈ ਇਟ ਰਿਜ਼ਲਟਸ ਇਨਟੂ ਕਨਸੈਂਟਰੇਸ਼ਨ ਆਫ ਵੈਲਥ ਇਨ ਫਿਊ ਹੈਂਡਸ. ਸੋ ਇਟ ਇਜ਼ ਅਪੋਜ਼ਿਟ ਟੂ ਦ ਕੈਪੀਟਲ ਸਿਸਟਮ ਜਿਹੜਾ ਸੋਸ਼ਲਿਜ਼ਮ ਹੈ. ਸੋ ਜਿਹੜਾ ਡੈਮੋਕ੍ਰੈਟਿਕ ਸੋਸ਼ਲਿਜ਼ਮ ਹੈ ਉਹ ਏਮ ਕੀ ਕਰਦਾ ਹੈ, ਇਹੀ ਸਾਡਾ ਕੁਐਸਚਨ ਸਾਨੂੰ ਪੁੱਛ ਰਿਹਾ. So is it aiming to bring about socialism through peaceful means? Socialism ਤਾਂ ਲਿਆਉਣ ਦੀ ਗੱਲ ਕਰਦਾ ਲੇਕਿਨ through peaceful means. Next is socialism ਲਿਆਣਾ through violent and peaceful means. No, ਦੋਨੋਂ contrary ਹੈ. ਦੇਖੋ ਜਿਹੜੀ ਮਾਰਕਸ ਦੀ ਵਿਚਾਰਧਾਰਾ ਸੀ ਉਹ ਤਾਂ ਕਹਿੰਦਾ ਸੀਗਾ ਕਿ ਕਮਿਊਨਿਜ਼ਮ ਆਏਗਾ ਥਰੂ ਵਾਇਲੈਂਟ ਮੀਨਸ, ਲੇਕਿਨ ਇੱਥੇ ਮਾਰਕਸੀਅਨ ਸੋਸ਼ਲਿਜ਼ਮ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਡੈਮੋਕ੍ਰੈਟਿਕ ਸੋਸ਼ਲਿਜ਼ਮ ਦੀ. ਸੋ ਥਰਡ ਇਜ਼ ਬ੍ਰਿੰਗਿੰਗ ਅਬਾਊਟ ਸੋਸ਼ਲਿਜ਼ਮ ਥਰੂ ਵਾਇਲੈਂਟ ਮੀਨਸ. ਨੋ, ਇਹ ਮਾਰਕਸਿਸਟ ਸੋਸ਼ਲਿਜ਼ਮ ਹੈ. ਜਿਹੜਾ ਡੀ ਹੈ bringing about socialism through democratic means. Yes, this is the right answer कि जेड़ा socialism है it should come through democratic means. So 50th question, right answer is D. So guys, this was all about today's video. ਮੈਨੂੰ ਆਸ਼ਾ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ. ਇਹੋ ਜਿਹੀ ਹੋਰ ਵੀਡੀਓਜ਼ ਨੂੰ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਅਸੀਂ ਇੱਦਾਂ ਦਾ ਇਨਰਿਚਡ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ. ਥੈਂਕ ਯੂ ਵੈਰੀ ਮਚ.